Religion Outlook. ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਗੌੜੀ ਮਹਿਲਾ ਪੰਜਵਾਂ ਮਾਝ। ਆਓ ਹਮਾਰਾ ਰਾਮ ਪਿਆਰੇ ਜੀਓ, ਰੈਣ ਦਿਨਸ ਸਾਸ ਸਾਸ ਚਿਤਾਰੇ ਜੀਓ। ਹੇ ਮੇਰੇ ਪਿਆਰੇ ਰਾਮ ਜੀ, ਆਓ ਤੇ ਮੇਰੇ ਹਿਰਦੇ ਦੇ ਵਿੱਚ ਵਸ ਜਾਓ। ਗੁਰੂ ਜੀ ਉਸ ਪਰਮਾਤਮਾ ਨੂੰ ਪੁਕਾਰ ਰਹੇ ਹਨ ਕਿ ਆਓ ਹਮਾਰਾ ਰਾਮ ਪਿਆਰੇ ਜੀਓ, ਰੈਣ ਦਿਨਸ ਸਾਸ ਸਾਸ ਚਿਤਾਰੇ ਜੀਓ। ਮੈਂ ਦਿਨ ਰਾਤ ਆਪਣੀ ਹਰ ਸਾਹ ਦੇ ਨਾਲ ਤੁਹਾਡਾ ਨਾਮ ਜਪਦਾ ਹਾਂ, ਤੁਹਾਨੂੰ ਯਾਦ ਕਰਦਾ ਹਾਂ। ਸੰਤ ਦਿਓ ਸੰਦੇਸਾ ਪੈ ਚਰਨਾਰੇ ਜੀਓ। ਮੈਂ ਸੰਤਾਂ ਦੇ ਚਰਨਾਂ ਦੇ ਵਿੱਚ ਪੈ ਕੇ ਆਪ ਜੀ ਨੂੰ ਸੰਦੇਸ਼ ਭੇਜਦਾ ਹਾਂ ਕਿ ਤੁਧ ਬਿਨ ਕਿਤ ਵਿਦ ਤਰੀਐ ਜੀਓ, ਕਿ ਤੇਰੇ ਬਿਨਾਂ ਇਹ ਸੰਸਾਰ ਸਮੁੰਦਰ ਕਿਹੜੀ ਹੋਰ ਵਿਧੀ ਨਾਲ ਤਰਿਆ ਜਾ ਸਕਦਾ ਹੈ। ਪ੍ਰਸ਼ਨ ਰੂਪ ਦੇ ਵਿੱਚ ਗੁਰੂ ਜੀ ਇਹ ਗੱਲ ਕਹਿ ਰਹੇ ਨੇ ਕਿ ਹੋਰ ਕਿਸੇ ਵੀ ਵਿਧੀ ਦੁਆਰਾ ਇਸ ਸੰਸਾਰ ਸਮੁੰਦਰ ਨੂੰ ਤਰਿਆ ਨਹੀਂ ਜਾ ਸਕਦਾ। ਇੱਕੋ ਇੱਕ ਵਿਧੀ ਹੈ, ਉਸ ਪਰਮਾਤਮਾ ਦਾ ਨਾਮ ਜਪਣਾ, ਉਹਦੇ ਨਾਲ ਲਿਵ ਜੋੜ ਲੈਣੀ। ਸੰਗ ਤੁਮਾਰਾ ਮੈਂ ਕਰੇ ਆਨੰਦਾ ਜੀਓ। ਜਦੋਂ ਤੋਂ ਮੈਨੂੰ ਤੁਹਾਡਾ ਸਾਥ ਮਿਲਿਆ ਹੈ, ਹੇ ਪ੍ਰਭੂ, ਜਦੋਂ ਤੋਂ ਮੈਨੂੰ ਤੁਹਾਡਾ ਸਾਥ ਮਿਲਿਆ ਹੈ, ਮੈਂ ਆਨੰਦਿਤ ਹੋ ਗਿਆ ਹਾਂ। ਤੇਰੇ ਸੰਗ ਰਹਿ ਕੇ, ਤੇਰੀ ਸੰਗਤ ਦੇ ਵਿੱਚ ਰਹਿ ਕੇ ਮੈਂ ਆਨੰਦ ਮਾਣਦਾ ਹਾਂ। ਵਣ ਤਿੰਨ ਤ੍ਰਿਭਵਨ ਸੁਖ ਪਰਮਾਨੰਦਾ ਜੀਓ। ਸਾਰੀ ਬਨਸਪਤੀ ਵਿੱਚ ਤੇ ਤਿੰਨਾਂ ਭਵਨਾਂ ਦੇ ਵਿੱਚ ਮੈਂ ਪਰਮ ਸੁੱਖ ਦਾ ਆਨੰਦ ਮਾਣਦਾ ਹਾਂ। ਸੇਜ ਸੁਹਾਵੀ ਇਹ ਮਨ ਬਿਖਸੰਦਾ ਜੀਓ। ਤੇਰੀ ਸੰਗਤ ਦੇ ਵਿੱਚ ਮੈਂ ਐਸਾ ਪਿਆ ਹਾਂ ਕਿ ਮੇਰੇ ਹਿਰਦੇ ਦੀ ਸੇਜ ਸੁਹਾਵਣੀ ਹੋ ਗਈ ਹੈ। ਮੇਰਾ ਮਨ ਸਦਾ ਖਿੜਿਆ ਰਹਿੰਦਾ ਹੈ। ਬਿਖਸੰਦਾ ਤੋਂ ਭਾਵ ਖਿੜਿਆ ਰਹਿਣਾ। ਪੇਖ ਦਰਸ਼ਨ ਇਹ ਸੁੱਖ ਲਹੀਐ ਜੀਓ। ਤੇਰੇ ਦਰਸ਼ਨ ਕਰਕੇ ਇਹ ਸੁੱਖ ਦੀ ਪ੍ਰਾਪਤੀ ਮੈਨੂੰ ਹੋਈ ਹੈ। ਸਾਰੀਆਂ ਹੀ ਪੰਕਤੀਆਂ ਦੇ ਵਿੱਚ ਗੁਰੂ ਜੀ ਉਸ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹੋਏ ਜਾਪਦੇ ਹਨ, ਉਸ ਪ੍ਰਮਾਤਮਾ ਦੇ ਦਰਸ਼ਨਾਂ ਤੋਂ ਖੁਸ਼ ਹੋਏ ਜਾਪਦੇ ਹਨ। ਚਰਨ ਪਖਾਰ ਕਰੀ ਨਿਤ ਸੇਵਾ ਜੀਓ। ਪੂਜਾ ਅਰਚਾ ਬੰਦਨ ਦੇਵਾ ਜੀਓ। ਦਾਸਨ ਦਾਸ ਨਾਮ ਜਪ ਲੇਵਾ ਜੀਓ। ਬਿਨੋ ਠਾਕੁਰ ਪਹਿ ਕਹੀਐ ਜੀਓ। ਕਿ ਹੇ ਪ੍ਰਮਾਤਮਾ, ਤੇਰਾ ਇਹ ਦਾਸ ਤੁਝ ਮਾਲਕ ਅੱਗੇ ਇਹ ਬੇਨਤੀ ਪਿਆ ਕਰਦਾ ਹੈ, ਬਿਨੋ ਠਾਕੁਰ ਪਹਿ ਕਹੀਐ ਜੀਓ, ਕਿ ਚਰਨ ਪਖਾਰ ਕਰੀ ਨਿਤ ਸੇਵਾ ਜੀਓ। ਕਿ ਮੇਰੇ ਤੇ ਮਿਹਰ ਕਰ ਕਿ ਮੈਂ ਤੇਰੇ ਦਾਸਾਂ ਦੇ ਚਰਨ ਧੋ ਧੋ ਕੇ ਉਹਨਾਂ ਦੀ ਸੇਵਾ ਕਰ ਸਕਾਂ। ਦਾਸਨ ਦਾਸ ਨਾਮ ਜਪ ਲੇਵਾ ਜੀਓ। ਤੇਰੇ ਦਾਸਾਂ ਦਾ ਵੀ ਦਾਸ ਹੋ ਕੇ ਤੇਰਾ ਨਾਮ ਜਪ ਸਕਾਂ, ਇੰਨੀ ਮੇਰੇ ਤੇ ਮਿਹਰ ਕਰਿਓ। ਮੇਰੇ ਵਾਸਤੇ ਇਹੀ ਪੂਜਾ ਹੈ, ਇਹੀ ਅਰਚਨਾ ਹੈ, ਇਹੀ ਦੇਵਤਿਆਂ ਦੇ ਅੱਗੇ ਨਮਸਕਾਰ ਹੈ। ਪੂਜਾ ਅਰਚਾ ਬੰਦਨ ਦੇਵਾ ਜੀਓ। ਕਿ ਮੇਰੇ ਵਾਸਤੇ ਤੇਰਾ ਨਾਮ ਜਪਣਾ ਹੀ, ਤੇਰੇ ਦਾਸਾਂ ਦੀ ਸੇਵਾ ਕਰਨੀ ਹੀ ਪੂਜਾ ਅਰਚਨਾ ਦੇ ਬਰਾਬਰ ਹੈ। ਇੱਛ ਪੁੰਨੀ ਮੇਰੀ ਮਨ ਤਨ ਹਰਿਆ ਜੀਓ। ਉਸ ਪ੍ਰਮਾਤਮਾ ਦੇ ਦਰਸ਼ਨ ਕਰਨ ਦੀ, ਉਹਦੇ ਨਾਲ ਲਿਵ ਜੋੜਨ ਦੀ ਮੇਰੀ ਇੱਛਾ ਪੂਰੀ ਹੋ ਗਈ ਹੈ ਤੇ ਮੇਰਾ ਮਨ ਤਨ ਹਰਾ ਹੋ ਗਿਆ ਹੈ। ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀਓ। ਮੈਂ ਉਸ ਪ੍ਰਮਾਤਮਾ ਦੇ ਐਸੇ ਦਰਸ਼ਨ ਪ੍ਰਾਪਤ ਕੀਤੇ ਨੇ ਕਿ ਮੇਰੇ ਸਾਰੇ ਹੀ ਦੁੱਖ ਦੂਰ ਹੋ ਗਏ ਨੇ। ਹਰ ਹਰ ਨਾਮ ਜਪੇ ਜਪ ਤਰਿਆ ਜੀਓ। ਹੁਣ ਮੈਂ ਉਸ ਪ੍ਰਮਾਤਮਾ ਦਾ ਨਾਮ ਜਪਦਾ ਹਾਂ, ਜਿਹਦਾ ਨਾਮ ਜਪਿਆਂ ਇਹ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ। ਇਹੋ ਅਜਰ ਨਾਨਕ ਸੁਖ ਸਹੀ ਹੈ ਜੀਓ। ਤੇ ਇਸ ਪ੍ਰਕਾਰ ਨਾਨਕ ਅਜਿਹਾ ਅਜਰ ਸੁੱਖ ਪ੍ਰਾਪਤ ਕਰਦਾ ਹੈ। ਅਜਰ ਤੋਂ ਭਾਵ ਜਿਹੜਾ ਕਦੇ ਬੁੱਢਾ ਨਹੀਂ ਹੁੰਦਾ। ਸੋ ਇਸ ਪੰਕਤੀ ਦਾ ਅਰਥ ਹੈ ਕਿ ਹੇ ਪ੍ਰਮਾਤਮਾ, ਤੇਰੇ ਦਰਸ਼ਨ ਕਰਕੇ
ਤੇਰਾ ਨਾਮ ਜਪ ਕੇ ਮੈਂ ਅਜਿਹਾ ਸੁੱਖ ਪ੍ਰਾਪਤ ਕਰ ਲਿਆ ਹੈ ਜਿਹੜਾ ਕਦੇ ਬੁੱਢਾ ਨਹੀਂ ਹੁੰਦਾ, ਜਿਹੜਾ ਸੁੱਖ ਕਦੇ ਵੀ ਘਟਦਾ ਨਹੀਂ। ਗੌੜੀ ਮਾਝ ਮਹਿਲਾ ਪੰਜਵਾਂ। ਸੁਣ ਸੁਣ ਸਾਜਨ ਮਨ ਮਿੱਤ ਪਿਆਰੇ ਜੀਓ, ਮਨ ਤਨ ਤੇਰਾ ਇਹ ਜੀਓ ਵੀ ਵਾਰੇ ਜੀਓ। ਹੇ ਮੇਰੇ ਸੱਜਣ, ਮੇਰੇ ਮਨ ਦੇ ਮਿੱਤਰ, ਮੇਰੇ ਪਿਆਰੇ ਪ੍ਰਮਾਤਮਾ ਜੀਓ, ਮੇਰੀ ਇਹ ਬੇਨਤੀ ਬੜੇ ਧਿਆਨ ਦੇ ਨਾਲ ਸੁਣੋ ਕਿ ਮੇਰਾ ਇਹ ਮਨ, ਮੇਰਾ ਇਹ ਤਨ ਤੇ ਮੇਰੀ ਜਿੰਦ ਸਾਰੇ ਹੀ ਤੁਹਾਡੇ ਬਖਸ਼ੇ ਹੋਏ ਹਨ। ਮਨ ਤਨ ਤੇਰਾ ਇਹ ਜੀਓ ਵੀ ਵਾਰੇ ਜੀਓ। ਮੇਰਾ ਮਨ, ਮੇਰਾ ਤਨ, ਮੇਰੀ ਜਿੰਦ ਤੁਹਾਡੀ ਹੀ ਬਖਸ਼ੀ ਹੋਈ ਹੈ ਤੇ ਇਸ ਲਈ ਮੈਂ ਇਹ ਸਾਰੇ, ਇਹ ਤਿੰਨੋਂ ਤੁਹਾਡੇ ਤੋਂ ਹੀ ਵਾਰਦਾ ਹਾਂ, ਤੁਹਾਡੇ ਤੋਂ ਕੁਰਬਾਨ ਕਰਦਾ ਹਾਂ। ਵਿਸਰ ਨਾਹੀਂ ਪ੍ਰਭ ਪ੍ਰਾਨ ਆਧਾਰੇ ਜੀਓ। ਹੇ ਪ੍ਰਮਾਤਮਾ, ਤੁਸੀਂ ਮੇਰੀ ਜਿੰਦ ਦੇ ਆਸਰੇ ਹੋ, ਮੈਨੂੰ ਭੁੱਲੋ ਨਾ। ਮੇਰੇ ਤੇ ਇੰਨੀ ਕਿਰਪਾ ਕਰਿਓ ਕਿ ਮੇਰੇ ਮਨ ਦੇ ਵਿੱਚੋਂ ਤੁਸੀਂ ਕਦੇ ਵੀ ਵਿਸਰੋ ਨਾ। ਸਦਾ ਤੇਰੀ ਸਰਣਾਈ ਜੀਓ, ਤੇ ਇਹ ਕਿਰਪਾ ਵੀ ਕਰਿਓ ਕਿ ਮੈਂ ਸਦਾ ਤੇਰੀ ਸ਼ਰਨ ਦੇ ਵਿੱਚ ਰਹਾਂ, ਸਦਾ ਤੇਰੀ ਰਜ਼ਾ ਦੇ ਵਿੱਚ ਖੁਸ਼ ਰਹਾਂ। ਜਿਸ ਮਿਲਿਆ ਮਨ ਜੀਵੈ ਭਾਈ ਜੀਓ। ਕਿ ਹੇ ਭਾਈ, ਜਿਸ ਮਨੁੱਖ ਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ, ਉਹਦਾ ਮਨ ਜਿਉਂ ਉੱਠਦਾ ਹੈ, ਉਹਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ। ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ। ਪਰ ਉਹ ਪਰਮਾਤਮਾ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਕੀਤਾ ਜਾਂਦਾ ਹੈ। ਸਭ ਕਿਛ ਪ੍ਰਭ ਕਾ, ਪ੍ਰਭ ਕੀਆ ਜਾਈ ਜੀਓ। ਇੱਥੇ ਜਾਈ ਤੋਂ ਅਰਥ ਹੈ ਸਭ ਥਾਵਾਂ, ਕਿ ਸਭ ਕੁਝ ਹੀ ਉਸ ਪਰਮਾਤਮਾ ਦਾ ਬਣਾਇਆ ਹੋਇਆ ਹੈ। ਜੀਵਾਂ ਕੋਲ ਜੋ ਹੈ ਉਹ ਵੀ ਉਸ ਪਰਮਾਤਮਾ ਦਾ ਬਖਸ਼ਿਆ ਹੋਇਆ ਹੈ। ਸਾਰੀਆਂ ਥਾਵਾਂ ਉਸ ਪਰਮਾਤਮਾ ਦੀਆਂ ਹੀ ਹਨ। ਪ੍ਰਭ ਕਉ ਸਦ ਬਲ ਜਾਈ ਜੀਓ। ਇਸ ਲਈ ਸਦਾ ਉਸ ਪਰਮਾਤਮਾ ਤੋਂ ਬਲਿਹਾਰੇ ਜਾਣਾ ਚਾਹੀਦਾ ਹੈ। ਇਹ ਨਿਧਾਨ ਜਪੈ ਵਡਭਾਗੀ ਜੀਓ, ਨਾਮ ਨਿਰੰਜਨ ਏਕ ਲਿਵ ਲਾਗੀ ਜੀਓ। ਪਰਮਾਤਮਾ ਦਾ ਨਾਮ ਇੱਕ ਖਜ਼ਾਨਾ ਹੈ, ਇੱਕ ਨਿਧਾਨ ਹੈ, ਜਿਹਨੂੰ ਕੋਈ ਵੱਡੇ ਭਾਗਾਂ ਵਾਲਾ ਮਨੁੱਖ ਹੀ ਜਪਦਾ ਹੈ। ਤੇ ਜਿਹੜਾ ਜਪਦਾ ਹੈ ਉਹਦੀ ਇਸ ਨਿਰੰਜਨ ਨਾਮ ਦੇ ਨਾਲ ਇੱਕ ਲਿਵ ਲੱਗ ਜਾਂਦੀ ਹੈ। ਇਸ ਨਿਰੰਜਨ ਨਾਮ ਦੇ ਨਾਲ ਵੀ ਤੇ ਉਸ ਇੱਕ ਪਰਮਾਤਮਾ ਦੇ ਨਾਲ ਵੀ ਉਹਦੀ ਲਿਵ ਜੁੜ ਜਾਂਦੀ ਹੈ। ਉਹ ਉਸ ਪਰਮਾਤਮਾ ਦੇ ਨਾਲ ਇੱਕ ਮਿੱਕ ਹੋ ਜਾਂਦਾ ਹੈ। ਗੁਰ ਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ। ਜਦੋਂ ਅਸੀਂ ਪੂਰਾ ਗੁਰੂ ਸਤਿਗੁਰੂ ਜੀ ਹਾਸਲ ਕਰ ਲੈਂਦੇ ਹਾਂ ਤਾਂ ਸਾਡੇ ਸਾਰੇ ਦੁੱਖ ਮਿਟ ਜਾਂਦੇ ਨੇ। ਆਠ ਪਹਿਰ ਗੁਣ ਗਾਇਆ ਜੀਓ। ਤੇ ਜਿਹੜੇ ਮਨੁੱਖ ਨੇ ਉਸ ਪੂਰੇ ਗੁਰੂ ਨੂੰ ਹਾਸਲ ਕਰ ਲਿਆ, ਉਹ ਫਿਰ ਅੱਠੇ ਪਹਿਰ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਰਤਨ ਪਦਾਰਥ ਹਰ ਨਾਮ ਤੁਮਾਰਾ ਜੀਓ। ਹੇ ਪ੍ਰਮਾਤਮਾ, ਤੇਰਾ ਨਾਮ ਇੱਕ ਰਤਨ ਦੇ ਬਰਾਬਰ ਹੈ, ਰਤਨਾ ਜਿੰਨਾ ਕੀਮਤੀ ਹੈ। ਤੂੰ ਸੱਚਾ ਸਾਹੋ ਭਗਤ ਵਣਜਾਰਾ ਜੀਓ। ਉਹਨਾਂ ਰਤਨ ਪਦਾਰਥਾਂ ਦਾ ਮਾਲਕ ਤੂੰ ਸੱਚਾ ਸ਼ਾਹ ਹੈ, ਸ਼ਾਹੂਕਾਰ ਹੈ, ਤੇ ਤੇਰੇ ਭਗਤ ਤੇਰੇ ਨਾਮ ਦੇ ਵਣਜਾਰੇ ਹਨ। ਹਰ ਧਨ ਰਾਸ ਸੱਚ ਵਪਾਰਾ ਜੀਓ। ਤੇਰੇ ਭਗਤ ਤੇਰੇ ਨਾਮ ਦਾ ਵਪਾਰ ਕਰਦੇ ਹਨ, ਤੇਰੇ ਸੱਚ ਦਾ ਵਪਾਰ ਕਰਦੇ ਹਨ, ਤੇ ਤੇਰਾ ਨਾਮ ਧਨ ਹੀ ਉਹਨਾਂ ਦੀ ਰਾਸ ਪੂੰਜੀ ਹੈ। ਜਨ ਨਾਨਕ ਸਦ ਬਲਿਹਾਰਾ ਜੀਓ। ਤੁਸੀਂ ਇੰਨੇ ਮਹਾਨ ਹੋ ਪ੍ਰਮਾਤਮਾ ਜੀ, ਹਰ ਥਾਂ ਮੌਜੂਦ ਹੋ, ਜੀਵਾਂ ਨੂੰ ਸਭ ਕੁਝ ਬਖਸ਼ਣ ਵਾਲੇ ਹੋ। ਤੁਹਾਡੀ ਇਸ ਵਡਮੁੱਲਤਾ ਦੇ ਕਰਕੇ ਨਾਨਕ ਤੁਹਾਡਾ ਦਾਸ ਤੁਹਾਡੇ ਤੋਂ ਸਦਾ ਬਲਿਹਾਰੇ ਜਾਂਦਾ ਹੈ। ਰਾਗ ਗੌੜੀ ਮਾਝ ਮਹਿਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੂੰ ਮੇਰਾ ਬਹੁਮਾਨ ਕਰਤੇ, ਤੂੰ ਮੇਰਾ ਬਹੁਮਾਨ, ਜੋਰ ਤੁਮਾਰਾ ਸੁਖ ਵਸਾ, ਸੱਚ ਸ਼ਬਦ ਨੀਸਾਨ ਰਹਾਓ। ਕਿ ਹੇ ਕਰਤੇ, ਹੇ ਕਰਤਾਰ, ਤੂੰ ਮੇਰੇ ਲਈ ਫਖਰ ਦੀ ਥਾਂ ਹੈ, ਤੂੰ ਮੇਰਾ ਮਾਣ ਹੈ, ਬਹੁਤ ਵੱਡਾ ਮਾਣ ਹੈ। ਮੈਂ ਤੇਰੇ ਬਲ ਦੇ ਆਸਰੇ ਹੀ ਸੁੱਖ ਨਾਲ ਵਸਦਾ ਹਾਂ। ਜੋਰ ਤੁਮਾਰਾ ਸੁਖ ਵਸੈ। ਮੇਰੀ ਕੀ ਜ਼ਰੂਰਤ ਹੈ ਕਿ ਮੈਂ ਸੁੱਖ ਦੇ ਵਿੱਚ ਵਸ ਸਕਾਂ ਜੇ ਤੇਰਾ ਬਲ, ਤੇਰੀ ਤਾਕਤ ਮੇਰੇ ਨਾਲ ਨਾ ਹੋਵੇ। ਤੇਰੇ ਬਲ ਦੇ ਆਸਰੇ ਹੀ ਮੈਂ ਸੁੱਖਾਂ ਦੇ ਵਿੱਚ ਵਸਦਾ ਹਾਂ। ਸੱਚ ਸ਼ਬਦ ਨਿਸ਼ਾਨ, ਤੇਰਾ ਸੱਚ ਦਾ ਸ਼ਬਦ, ਤੇਰੀ ਸਦਾ ਥਿਰ ਰਹਿਣ ਵਾਲੀ ਬਾਣੀ ਮੇਰੇ ਜੀਵਨ ਦੇ ਲਈ ਰਾਹਦਾਰੀ ਹੈ,
ਮੇਰੇ ਜੀਵਨ ਦੇ ਲਈ ਤੇਰੀ ਬਾਣੀ ਐਸਾ ਪਦਾਰਥ ਹੈ ਜੋ ਜੀਵਨ ਭਰ ਮੇਰੇ ਕੰਮ ਆਉਣਾ ਹੈ। ਸਵੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆ। ਜੋ ਮਨੁੱਖ ਹੈ ਸਭ ਕੁਝ ਜਾਣਦਾ ਹੈ, ਉਸ ਪਰਮਾਤਮਾ ਦੀ ਸਾਰੀ ਗੱਲ ਜਾਣਦਾ ਹੈ। ਉਹਨੂੰ ਪਤਾ ਹੈ, ਬੇਸ਼ੱਕ ਉਹਨੇ ਕਿਤੋਂ ਪੜ੍ਹਿਆ ਹੈ, ਬੇਸ਼ੱਕ ਉਹਨੇ ਕਿਤੋਂ ਸੁਣਿਆ ਹੈ, ਪਰ ਉਹਨੂੰ ਪਤਾ ਹੈ ਕਿ ਉਹ ਪਰਮਾਤਮਾ ਦਾ ਦਿੱਤਾ ਹੋਇਆ ਹੀ ਸਭ ਕੁਝ ਇੱਥੇ ਮੌਜੂਦ ਹੈ, ਕਿ ਇਹ ਸ੍ਰਿਸ਼ਟੀ ਉਸ ਪਰਮਾਤਮਾ ਦੀ ਹੀ ਰਚੀ ਹੋਈ ਹੈ। ਵਿਗਿਆਨਕ ਤੋਂ ਵਿਗਿਆਨਕ ਸੋਚ ਰੱਖਣ ਵਾਲਾ ਮਨੁੱਖ ਵੀ ਇਹਨਾਂ ਗੱਲਾਂ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਕੋਈ ਤਾਕਤ ਹੈ ਜੋ ਇਸ ਪੂਰੀ ਸ੍ਰਿਸ਼ਟੀ ਨੂੰ ਚਲਾ ਰਹੀ ਹੈ। ਮਨੁੱਖ ਦੀ ਜਾਂ ਕਿਸੇ ਵੀ ਹੋਰ ਜੀਵ ਦੀ ਇੰਨੀ ਜੁਰਤ ਨਹੀਂ ਕਿ ਉਹ ਇਸ ਸ੍ਰਿਸ਼ਟੀ ਨੂੰ ਚਲਾ ਸਕੇ। ਇਹ ਜੋ ਸਿਸਟਮ ਕੁਦਰਤ ਦਾ ਉਸ ਪਰਮਾਤਮਾ ਨੇ ਬਣਾਇਆ ਹੈ, ਇਹ ਸਿਰਫ ਉਹੀ ਬਣਾ ਸਕਦਾ ਹੈ। ਉਹਨੂੰ ਨਾਮ ਤੁਸੀਂ ਜੋ ਮਰਜ਼ੀ ਦੇ ਲਵੋ, ਰਾਮ ਕਹਿ ਲਵੋ, ਅੱਲਾ ਕਹਿ ਲਵੋ, ਭਗਵਾਨ ਕਹਿ ਲਵੋ, ਪਰਮਾਤਮਾ ਕਹਿ ਲਵੋ, ਈਸ਼ਵਰ ਕਹਿ ਲਵੋ, ਤੇ ਬੇਸ਼ੱਕ ਕੁਦਰਤ ਕਹਿ ਲਵੋ, ਪਰ ਤੁਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਇਹ ਸ੍ਰਿਸ਼ਟੀ ਨੂੰ ਉਹ ਹੀ ਚਲਾ ਰਿਹਾ ਹੈ। ਇਹ ਗੱਲ ਅੱਜ ਕੱਲ੍ਹ ਕਾਫੀ ਆਮ ਹੋ ਗਈ ਹੈ। ਕੁਝ ਤਰਕਸ਼ੀਲ ਸੋਚ ਦੇ ਲੋਕ ਜਾਂ ਵਿਗਿਆਨਕ ਸੋਚ ਦੇ ਲੋਕ ਇਹ ਆਖਦੇ ਹਨ ਕਿ ਪਰਮਾਤਮਾ ਨਾਮ ਦੀ ਕੋਈ ਸ਼ੈ ਨਹੀਂ ਹੈ, ਪਰ ਸ੍ਰਿਸ਼ਟੀ ਦੇ ਵਰਤਾਰਿਆਂ ਨੂੰ ਦਰਸਾਉਣ ਦੇ ਲਈ ਉਹ ਕੁਦਰਤ ਸ਼ਬਦ ਦਾ ਇਸਤੇਮਾਲ ਕਰਦੇ ਨੇ। ਤੇ ਅਸੀਂ ਤੇ ਕਹਿੰਦੇ ਹਾਂ ਕਿ ਤੁਸੀਂ ਭਾਵੇਂ ਉਹਨੂੰ ਕੁਦਰਤ ਕਹਿ ਲਵੋ, ਨਾਮ ਨਾਲ ਕੋਈ ਫਰਕ ਨਹੀਂ ਪੈਂਦਾ। ਜੋ ਉਹ ਤਾਕਤ ਹੈ ਤਾਂ ਉਹ ਹੈ, ਜੋ ਇਸ ਸ੍ਰਿਸ਼ਟੀ ਨੂੰ ਚਲਾ ਰਹੀ ਹੈ, ਜਿਨਨੇ ਇਹ ਸਿਸਟਮ ਬਣਾਇਆ ਹੈ, ਉਹ ਤਾਕਤ ਹੈ। ਉਹਦੀ ਹੋਂਦ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ। ਤਾਂ ਇਸ ਪੰਕਤੀ ਦੇ ਰਾਹੀਂ ਗੁਰੂ ਜੀ ਇਹੀ ਕਹਿ ਰਹੇ ਨੇ ਕਿ ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆ। ਸਭ ਕੁਝ ਜਾਣਦਾ ਹੈ ਪਰ ਫਿਰ ਵੀ ਚੁੱਪ ਕਰ ਜਾਂਦਾ ਹੈ। ਕਦ ਹੀ ਸੁਰਤ ਨਾ ਲੱਧੀਆ ਮਾਇਆ ਮੋਹੜਿਆ। ਇਹ ਮਨੁੱਖ ਮਾਇਆ ਦੇ ਵਿੱਚ ਮੋਹਿਆ ਹੋਇਆ ਹੈ, ਇਸ ਕਰਕੇ ਪਰਮਾਤਮਾ ਦੀ ਗੱਲ ਵੱਲ ਕਦੇ ਧਿਆਨ ਨਹੀਂ ਦਿੰਦਾ। ਇਸ ਗੱਲ ਨੂੰ ਕਦੇ ਠੰਡੇ ਦਿਮਾਗ ਦੇ ਨਾਲ, ਸੁਹਿਰਦੇ ਹਿਰਦੇ ਦੇ ਨਾਲ ਵਿਚਾਰਦਾ ਨਹੀਂ ਕਿ ਇਹ ਸਿਸਟਮ ਕਿਹਨੇ ਬਣਾਇਆ ਹੈ। ਬੜੀ ਆਸਾਨੀ ਦੇ ਨਾਲ ਮਨੁੱਖ ਕਹਿ ਦਿੰਦਾ ਹੈ ਕਿ ਜੇਕਰ ਮੈਂ ਇਹ ਬੀਜ ਨਾ ਬੀਜਾਂ ਤਾਂ ਇਹ ਅਨਾਜ ਕਿਵੇਂ ਉੱਗ ਪਵੇਗਾ। ਪਰ ਉੱਥੇ ਹੀ ਉਹ ਇਸ ਗੱਲ ਤੋਂ ਜ਼ਰੂਰ ਮੁਨਕਰ ਹੋ ਜਾਂਦਾ ਹੈ ਕਿ ਜੇਕਰ ਉਹ ਪ੍ਰਮਾਤਮਾ ਦੀ ਰਜ਼ਾ ਨਾ ਹੋਵੇ ਤੇ ਤੁਹਾਡਾ ਬੀਜਿਆ ਹੋਇਆ ਬੀਜ ਪੁੰਗਰੇਗਾ ਨਹੀਂ। ਤੁਹਾਡਾ ਬੀਜਿਆ ਹੋਇਆ ਪੌਦਾ ਜਾਂ ਫਸਲ ਧਰਤੀ ਦੇ ਵਿੱਚੋਂ ਲੋੜੀਂਦੇ ਪਦਾਰਥ ਤੱਤ ਗ੍ਰਹਿਣ ਨਹੀਂ ਕਰ ਪਾਏਗੀ। ਤੁਸੀਂ ਬੀਜ ਬੀਜਦੇ ਹੋ, ਉਹਦੇ ਵਿੱਚ ਖਾਦ ਵੀ ਪਾ ਦਿੰਦੇ ਹੋ, ਉਹਨੂੰ ਪਾਣੀ ਵੀ ਦੇ ਦਿੰਦੇ ਹੋ, ਪਰ ਉਸ ਪੌਦੇ ਨੇ, ਉਸ ਫਸਲ ਨੇ ਉਹ ਤੱਤ ਗ੍ਰਹਿਣ ਕਰਨੇ ਨੇ ਕਿ ਨਹੀਂ ਕਰਨੇ, ਪਾਣੀ ਲੈਣਾ ਹੈ ਜਾਂ ਨਹੀਂ ਲੈਣਾ, ਜਾਂ ਲੈ ਕੇ ਉਹਨੂੰ ਕਿਵੇਂ ਫਸਲ ਦੇ ਵਿੱਚ ਤਬਦੀਲ ਕਰਨਾ ਹੈ, ਕਿਵੇਂ ਗਰੋ ਹੋਣਾ ਹੈ, ਕਿਵੇਂ ਅਸਲ ਦੇ ਵਿੱਚ ਉਸ ਇੱਕ ਦਾਣੇ ਤੋਂ ਅਨਾਜ ਦੀ ਪੂਰੀ ਬੱਲੀ ਬਣਨੀ ਹੈ, ਇਹ ਚੀਜ਼ਾਂ ਤੁਸੀਂ ਨਿਰਧਾਰਤ ਜਾਂ ਨਿਯੰਤਰਿਤ ਨਹੀਂ ਕਰ ਸਕਦੇ। ਪਰ ਮਾਇਆ ਦੇ ਵਿੱਚ ਰੁੱਝੇ ਹੋਏ ਮਨੁੱਖ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ। ਇਸ ਡੂੰਘਾਈ ਵੱਲ, ਪਰਮਾਤਮਾ ਦੀ ਰਚੀ ਹੋਈ ਸ੍ਰਿਸ਼ਟੀ ਦੀ ਇਸ ਗਹਿਰਾਈ ਵੱਲ ਧਿਆਨ ਨਹੀਂ ਦਿੰਦੇ। ਉਹ ਸਿਰਫ ਉੱਪਰਲੀਆਂ ਗੱਲਾਂ 'ਤੇ ਹੀ ਧਿਆਨ ਰੱਖਦੇ ਹਨ। ਇਸੇ ਗੱਲ 'ਤੇ ਹੀ ਅੜਿੱਲ ਰਹਿੰਦੇ ਹਨ ਕਿ ਬੀਜ ਤੇ ਮਨੁੱਖ ਹੀ ਬੀਜਦਾ ਹੈ ਨਾ, ਕਿ ਜੇਕਰ ਮਨੁੱਖ ਚਾਹੇ ਕਿ ਉਹ ਬੀਜ ਨਾ ਬੀਜੇ ਤਾਂ ਬੀਜ ਉੱਗਰ ਕਿੱਥੋਂ ਪਵੇਗਾ। ਠੀਕ ਹੈ, ਪਰ ਮਨੁੱਖ ਨੂੰ ਬੀਜ ਬੀਜਣ ਜਾਂ ਨਾ ਬੀਜਣ ਦੀ ਸੋਝੀ ਕੌਣ ਬਖਸ਼ਦਾ ਹੈ, ਇਸ ਗੱਲ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਅੱਗੇ ਚੱਲਦੇ ਹਾਂ। ਦੇ ਬੁਝਾਰਤ ਸਾਰਤਾ ਸੇ ਅੱਖੀ ਡਿਠੜਿਆ। ਜੇਕਰ ਕੋਈ ਗੁਰਮੁਖ ਉਹਨਾਂ ਅਣਜਾਣ ਮਨੁੱਖਾਂ ਨੂੰ ਕੋਈ ਇਸ਼ਾਰਾ ਵੀ ਦੇ ਦੇਵੇ, ਕੋਈ ਬੁਝਾਉਣੀ ਵੀ ਦੇ ਦੇਵੇ, ਕੋਈ ਹਿੰਟ ਵੀ ਦੇ ਦੇਵੇ, ਤੇ ਉਹ ਮਨੁੱਖ ਆਪਣੇ ਅੱਖੀਂ ਕੁਦਰਤ ਦੇ ਵਰਤਾਰੇ ਨੂੰ ਵਰਤਦੇ ਹੋਏ ਵੇਖ ਵੀ ਲੈਣ ਕਿ ਕਿਸ ਪ੍ਰਕਾਰ ਇਸ ਦੁਨੀਆ ਦੇ ਜੀਵ ਇਸ ਦੁਨੀਆ ਨੂੰ ਛੱਡ ਕੇ ਚਲੇ ਜਾ ਰਹੇ ਨੇ, ਫਿਰ ਵੀ ਅੱਖੀਂ ਦੇਖ ਕੇ ਉਸ ਗੱਲ ਨੂੰ ਉਹ ਅਣਡਿੱਠਿਆ ਕਰ ਦਿੰਦੇ ਨੇ। ਕੋਈ ਜੇ ਮੂਰਖ ਲੋਭੀਆ ਮੂਲ ਨਾ ਸੁਣੀ ਕਹਿਆ। ਉਹਨਾਂ ਦੀ ਦਿੱਤੀ ਹੋਈ ਹਿੰਟ, ਉਹਨਾਂ ਵੱਲੋਂ ਕੀਤੇ ਹੋਏ ਇਸ਼ਾਰੇ ਨੂੰ ਅਣਸੁਣਿਆ ਕਰ ਦਿੰਦੇ ਨੇ।
ਆਪਣੇ ਲੋਭ ਦੇ ਵਿੱਚ ਲੱਗੇ ਹੋਏ ਇਸ ਗੱਲ ਤੋਂ ਮੁਨਕਰ ਹੀ ਹੋ ਜਾਂਦੇ ਨੇ ਕਿ ਕਦੇ ਉਹਨਾਂ ਨੇ ਵੀ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਣਾ ਹੈ, ਤੇ ਇਸ ਤਰ੍ਹਾਂ ਵਿਵਹਾਰ ਕਰਦੇ ਨੇ ਕਿ ਜਿਵੇਂ ਸਦਾ ਉਹਨਾਂ ਨੇ ਇੱਥੇ ਹੀ ਬਣੇ ਰਹਿਣਾ ਹੈ। ਇੱਕ ਦੋ ਚੌ ਕਿਆ ਗਣੀ, ਸਭ ਇਕਤ ਸਾਧ ਮੁੱਠੀ। ਕਹਿੰਦੇ ਮੈਂ 1 2 ਜਾਂ 4 ਨੂੰ ਕੀ ਗਿਣਾ। ਇੱਥੇ ਸਾਰੀ ਸ੍ਰਿਸ਼ਟੀ ਹੀ ਇੱਕੇ ਪਾਸੇ ਠੱਗੀ ਜਾ ਰਹੀ ਹੈ, ਇੱਕੇ ਸਵਾਦ ਦੇ ਵਿੱਚ ਠੱਗੀ ਜਾ ਰਹੀ ਹੈ। ਇੱਕ ਅੱਧ ਨਾਏ ਰਸੀਅੜਾ, ਕਾ ਵਿਰਲੀ ਜਾਏ ਉੱਠੀ। ਕੋਈ ਇੱਕ ਅੱਧਾ ਵਿਰਲਾ ਮਨੁੱਖ ਹੀ ਪ੍ਰਮਾਤਮਾ ਦਾ ਨਾਮ ਰਸ ਲੈਣ ਵਾਲਾ ਹੁੰਦਾ ਹੈ। ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਪ੍ਰਮਾਤਮਾ ਦੇ ਨਾਮ ਰਸ ਦੇ ਵਿੱਚ ਉੱਠਦਾ ਹੈ, ਉਹਦੇ 'ਚੋਂ ਖੁਸ਼ੀ, ਉਹਦੇ 'ਚੋਂ ਆਨੰਦ ਪ੍ਰਾਪਤ ਕਰਦਾ ਹੈ। ਅਤੇ ਜਿਹੜੇ ਇਹ ਵਿਰਲੇ ਮਨੁੱਖ ਨੇ, ਭਗਤ ਜਨ ਨੇ, ਉਹ ਜਿੰਨੇ ਸਥਿਰ ਇਸ ਦੁਨੀਆ ਦੇ ਵਿੱਚ ਜਿਉਂਦੇ ਨੇ ਉਨਾ ਕੋਈ ਵੀ ਨਹੀਂ ਜਿਉਂਦਾ। ਮਾਇਆ ਦੇ ਵਿੱਚ ਰੁੱਝਿਆ ਹੋਇਆ ਮਨੁੱਖ ਸਦਾ ਹੀ ਅਸਥਿਰ ਰਹਿੰਦਾ ਹੈ, ਚਿੰਤਤ ਰਹਿੰਦਾ ਹੈ, ਡਰਿਆ ਰਹਿੰਦਾ ਹੈ, ਸ਼ਾਂਤ ਨਹੀਂ ਹੋ ਪਾਉਂਦਾ। ਪਰ ਜਿਹੜੇ ਮਨੁੱਖਾਂ ਨੇ ਉਸ ਪ੍ਰਮਾਤਮਾ ਦੇ ਨਾਮ 'ਚੋਂ ਰਸ ਲੱਭਣਾ ਸਿੱਖ ਲਿਆ, ਉਹ ਸਦਾ ਹੀ ਆਨੰਦ ਦੇ ਵਿੱਚ ਰਹਿੰਦੇ ਨੇ। ਭਗਤ ਸੱਚੇ ਦਰ ਸੋਹਦੇ, ਆਨੰਦ ਕਰੇ ਦਿਨ ਰਾਤ। ਅਜਿਹੇ ਭਗਤ ਉਸ ਸੱਚੇ ਦੇ ਦਰ 'ਤੇ ਸ਼ੋਭਾ ਖੱਟਦੇ ਨੇ, ਦਿਨ ਰਾਤ ਆਨੰਦ ਦੇ ਵਿੱਚ ਰਹਿੰਦੇ ਨੇ। ਰੰਗ ਰਤੇ ਪਰਮੇਸ਼ਰੇ, ਜਨ ਨਾਨਕ ਤਿਨ ਬਲ ਜਾਤ। ਜਿਹੜੇ ਸੇਵਕ, ਜਿਹੜੇ ਭਗਤ ਜਨ ਉਸ ਪ੍ਰਮਾਤਮਾ ਦੇ ਨਾਮ ਰਸ ਦੇ ਵਿੱਚ ਰੰਗੇ ਹੋਏ ਨੇ, ਦਾਸ ਨਾਨਕ ਉਹਨਾਂ ਤੋਂ ਬਲਿਹਾਰੇ ਜਾਂਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 217ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਤੋਂ ਸਿੱਖਿਆ ਲੈ ਕੇ ਅਸੀਂ ਇੱਕ ਗੱਲ ਪੱਲੇ ਬੰਨ੍ਹ ਲਈਏ ਕਿ ਆਪਣੇ ਅੱਖੀਂ ਵੇਖੀਆਂ ਚੀਜ਼ਾਂ ਨੂੰ ਅਣਡਿੱਠਿਆ ਨਾ ਕਰੀਏ। ਕੁਦਰਤ ਦੇ ਵਰਤਾਰੇ ਜੋ ਸਾਡੀਆਂ ਅੱਖਾਂ ਦੇ ਸਾਹਮਣੇ ਵਰਤ ਰਹੇ ਨੇ, ਉਹਨਾਂ ਨੂੰ ਅਣਦੇਖਿਆ ਨਾ ਕਰੀਏ। ਜੇਕਰ ਕੋਈ ਗੁਰਮੁਖ ਸਾਨੂੰ ਉਸ ਪਰਮਾਤਮਾ ਦੇ ਨਾਲ ਜੋੜਨ ਵਾਲੀ ਕੋਈ ਸਿੱਖਿਆ ਦਿੰਦਾ ਹੈ, ਉਹਨੂੰ ਗ੍ਰਹਿਣ ਕਰ ਲਈਏ, ਆਪਣੀਆਂ ਜ਼ਿੰਦਗੀਆਂ ਦੇ ਵਿੱਚ ਉਤਾਰ ਲਈਏ। ਉਸ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਨਾ ਹੋਈਏ। ਗੁਰਬਾਣੀ ਸਾਨੂੰ ਅਜਿਹਾ ਕੋਈ ਸੰਦੇਸ਼ ਨਹੀਂ ਦਿੰਦੀ ਕਿ ਉਸ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਅਸੀਂ ਪੂਜਾ ਕਰੀਏ, ਪਾਠ ਕਰੀਏ, ਜਪ ਤਪ ਕਰੀਏ ਜਾਂ ਅਜਿਹੇ ਕੋਈ ਹੋਰ ਧਾਰਮਿਕ ਕਰਮਕਾਂਡ ਕਰੀਏ। ਜੇ ਕੋਈ ਤਰਕਸ਼ੀਲ ਮਨੁੱਖ ਇਹਨਾਂ ਕਰਮਕਾਂਡਾਂ ਦੇ ਵਿਰੋਧ ਦੇ ਵਿੱਚ ਖਲੋਂਦਾ ਹੈ ਤਾਂ ਉਹ ਬਿਲਕੁਲ ਸਹੀ ਹੈ। ਗੁਰਬਾਣੀ ਵੀ ਸਾਨੂੰ ਇਹਨਾਂ ਚੀਜ਼ਾਂ ਦੇ, ਇਹਨਾਂ ਕਰਮਕਾਂਡਾਂ ਦੇ ਵਿਰੋਧ ਦੇ ਵਿੱਚ ਖੜੇ ਕਰਦੀ ਹੈ, ਪਰ ਨਾਲ ਦੀ ਨਾਲ ਗੁਰਬਾਣੀ ਇਸ ਗੱਲ ਦੇ ਲਈ ਸਾਡੇ ਅੰਦਰ ਨਿਸ਼ਚਾ ਵੀ ਪੈਦਾ ਕਰਦੀ ਹੈ ਕਿ ਸਭ ਵਰਤਾਰਾ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਵਰਤ ਰਿਹਾ ਹੈ। ਜੇ ਕੋਈ ਉਹਦੀ ਹੋਂਦ ਨੂੰ ਮੰਨਦਾ ਹੈ, ਉਹ ਵੀ ਉਹਦੀ ਮਰਜ਼ੀ ਅਨੁਸਾਰ ਹੈ। ਜੇਕਰ ਨਹੀਂ ਮੰਨਦਾ ਤਾਂ ਉਹ ਵੀ ਉਹਦੀ ਮਰਜ਼ੀ ਅਨੁਸਾਰ ਹੈ। ਜੇਕਰ ਸਾਡੇ ਵਿਚਾਰਾਂ ਦੇ ਵਿੱਚ ਮਤਭੇਦ ਹਨ ਤਾਂ ਉਹ ਉਸ ਪਰਮਾਤਮਾ ਦੀ ਮਰਜ਼ੀ ਅਨੁਸਾਰ ਹੀ ਹਨ। ਸੋ ਐਵੇਂ ਇੱਕ ਦੂਜੇ ਨਾਲ ਲੜੀਏ, ਝਗੜੀਏ ਨਾ। ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ ਕਿ ਉਹ ਪਰਮਾਤਮਾ ਸਭਨਾਂ ਨੂੰ ਇੱਕੋ ਸੋਝੀ ਦੇਵੇ ਤੇ ਦੁਨੀਆ ਦੇ ਮਤਭੇਦ ਖਤਮ ਹੋ ਜਾਣ। ਤੇ ਘੱਟੋ ਘੱਟ ਅਸੀਂ ਜੋ ਗੁਰਮੁਖ ਹਾਂ, ਜੋ ਗੁਰੂ ਦੇ ਲੜ ਲੱਗੇ ਹੋਏ ਹਾਂ, ਇਸ ਗੱਲ ਨੂੰ ਪੱਲੇ ਦੇ ਨਾਲ ਬੰਨ੍ਹ ਲਈਏ ਕਿ ਪਰਮਾਤਮਾ ਦੀ ਹੋਂਦ ਤੇ ਸਾਨੂੰ ਕਿਸੇ ਨਾਲ ਚਰਚੇ ਕਰਨ ਦੀ ਲੋੜ ਨਹੀਂ। ਉਹ ਪਰਮਾਤਮਾ ਇਹਨਾਂ ਚਰਚਿਆਂ ਤੋਂ ਬਹੁਤ ਉੱਪਰ ਹੈ, ਬਹੁਤ ਉੱਪਰ ਹੈ। ਉਹ ਸੀ, ਉਹ ਹੈ ਤੇ ਉਹ ਹਮੇਸ਼ਾ ਰਹੇਗਾ। ਅਸੀਂ ਇਸ ਗੱਲ ਦਾ ਨਿਸ਼ਚਾ ਆਪਣੇ ਹਿਰਦਿਆਂ ਦੇ ਵਿੱਚ ਰੱਖੀਏ। ਕਿਸੇ ਨੂੰ ਇਸ ਨਿਸ਼ਚੇ 'ਤੇ ਲਿਆਉਣ ਦੀ ਸਾਡੀ ਕੋਈ ਕੋਸ਼ਿਸ਼ ਨਹੀਂ ਹੋਣੀ ਚਾਹੀਦੀ। ਜਿਸ ਮਨੁੱਖ 'ਤੇ ਉਸ ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਹਦੇ ਹਿਰਦੇ ਦੇ ਵਿੱਚ ਇਹ ਨਿਸ਼ਚਾ ਉਹ ਆਪ ਹੀ ਪੱਕਿਆਂ ਕਰ ਦਿੰਦਾ ਹੈ। ਇਸੇ ਸੰਦੇਸ਼ ਦੇ ਨਾਲ ਹੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।